ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅੰਮ੍ਰਿਤ ਵਿਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਜਿਹੜਾ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ। ਜੀ ਹਾਂ, 30 ਕਿਸਾਨ ਜਥੇਬੰਦੀਆਂ ਨੇ ਜਿੱਥੇ ਆਪਣਾ ਕਿਸਾਨ ਅੰਦੋਲਨ ਰੇਲ ਰੋਕੋ ਅੰਦੋਲਨ ਜਾਰੀ ਰੱਖਣ ਦੀ ਗੱਲ ਕਹੀ ਹੈ, ਉਸ ਤੋਂ ਬਾਅਦ ਹੁਣ ਪੰਜਾਬ ਮਜ਼ਦੂਰ ਅਤੇ ਸੰਘਰਸ਼ ਕਮੇਟੀ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ 14 ਅਕਤੂਬਰ ਤੱਕ ਰੇਲ ਰੋਕੋ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਅੱਗੇ ਦੀ ਯੋਜਨਾ ਬਣਾਈ ਜਾਵੇਗੀ। ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 25 ਅਕਤੂਬਰ ਨੂੰ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। ਕਮੇਟੀ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦਾ ਜੋ ਸੱਦਾ ਆਇਆ ਹੈ ਉਸ ਤੇ ਕੱਲ ਇੱਕ ਵਾਰ ਫਿਰ ਤੋਂ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਫੈਸਲਾ ਲਿਆ ਜਾਵੇਗਾ। ਤਾਂ ਦੱਸ ਦਈਏ ਕਿ 24 ਸਤੰਬਰ ਤੋਂ ਜੋ ਇਹ ਪ੍ਰਦਰਸ਼ਨ ਇਹ ਧਰਨਾ ਚੱਲ ਰਿਹਾ ਹੈ, ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ, ਤੇ ਹੁਣ ਇਸ ਕਮੇਟੀ ਦੇ ਵੱਲੋਂ ਆਪਣਾ ਜੋ ਅੰਦੋਲਨ ਹੈ ਉਹ 14 ਅਕਤੂਬਰ ਤੱਕ ਵਧਾ ਲਿਆ ਗਿਆ ਹੈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਰਾਜੀਵ, ਕਿਉਂਕਿ ਜੋ 30 ਕਿਸਾਨ ਜਥੇਬੰਦੀਆਂ ਦਾ ਹੈ ਉਹ 1 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਸੀ, ਪਰ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 24 ਸਤੰਬਰ ਤੋਂ ਚੱਲ ਰਿਹਾ ਹੈ, ਪਰ ਫਿਲਹਾਲ ਪਿੱਛੇ ਹਟਣ ਦੇ ਮੂਡ ਦੇ ਵਿੱਚ ਨਹੀਂ ਨੇ। ਫਿਲਹਾਲ ਕੀ ਕੁਝ ਹੋਰ ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਹੈ? पंधेर उन्होंने ये ऐलान किया कि इस रेल रोको अंदोलन जो कि अज तक 18वें दिन दे विच पहुंच चुका है और अज तो हुण इसनूं 14 अक्तूबर तक जो है वो वधाउण दा ऐलान रस्मी तौर पर कर दिता गया। इस दे नाल ही उन्हां वल्लों ये गल कही गई है कि 23 अक्तूबर नूं ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਜੋ ਦੁਸ਼ਹਿਰਾ ਗਰਾਊਂਡ ਹੈ ਉੱਥੇ ਵੱਡੇ ਪੁਤਲੇ ਜਿਹੜੇ ਨੇ ਕੇਂਦਰ ਸਰਕਾਰ ਦੇ ਔਰ ਰਾਜੀਵ ਤੁਸੀਂ ਬਣੇ ਰਹੋ ਸਾਡੇ ਨਾਲ। ਇੱਕ ਵਾਰ ਫਿਰ ਤੋਂ ਤੁਹਾਡਾ ਰੁਖ ਕਰਾਂਗੇ। ਸਾਡੇ ਨਾਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਖੁਦ ਜੁੜ ਗਏ ਨੇ। ਤਾਂ ਸਰਵਣ ਸਿੰਘ ਜੀ, ਅੱਜ ਮੀਟਿੰਗ ਤੁਹਾਡੀ ਹੋਈ ਹੈ, ਕੀ ਕੁਝ ਉਸ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ? ਕਿਉਂਕਿ ਇਹ ਤੁਸੀਂ ਕਿਹਾ ਹੈ ਕਿ ਹਜੇ ਅਸੀਂ ਪਿੱਛੇ ਨਹੀਂ ਹਟਾਂਗੇ, ਰੇਲ ਰੋਕੋ ਅੰਦੋਲਨ 14 ਤੱਕ ਜਾਰੀ ਰਹੇਗਾ। ਹਾਂਜੀ ਹਾਂਜੀ ਹੈਲੋ। ਤਾਂ ਸਰਵਣ ਸਿੰਘ ਜੀ, ਜੋ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਹੋਰ ਕੀ ਕੁਝ ਚਰਚਾ ਕੀਤੀ ਗਈ ਹੈ, ਹੋਰ ਕੀ ਕੁਝ ਫੈਸਲੇ ਲਏ ਗਏ ਨੇ? ਹਾਂ, ਇੱਕ ਤਾਂ ਅਸੀਂ ਮੀਟਿੰਗ ਦੇ ਵਿੱਚ ਚਰਚਾ ਸਾਰਾ ਇਸ ਵੇਲੇ ਦਾ ਮਾਹੌਲ ਵਿਚਾਰ ਕੇ ਇੱਕ ਤਾਂ ਮੀਟਿੰਗ ਦੇ ਵਿੱਚ ਚਰਚਾ ਦੇ ਵਿੱਚ 14 ਅਕਤੂਬਰ ਤੱਕ ਜਿਹੜਾ ਰੇਲ ਰੋਕੋ ਅੰਦੋਲਨ ਅਸੀਂ ਵਧਾ ਦਿੱਤਾ ਵਾ। ਦੂਸਰਾ, ਅਸੀਂ ਜਿਹੜਾ ਵਾ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਜਿਹੜੇ ਬਦੀ ਰੂਪੀ ਨੇ ਕਾਰਪੋਰੇਟ ਘਰਾਣਿਆਂ ਦਾ ਅਰਥੀ ਫੂਕ ਮੁਜ਼ਾਹਰਾ ਤੇ ਮੋਦੀ ਜੀ ਦਾ, ਅਸੀਂ 23 ਅਕਤੂਬਰ ਨੂੰ ਅੰਮ੍ਰਿਤਸਰ ਰਣਜੀਤ ਐਵਨਿਊ ਬਹੁਤ ਵੱਡਾ ਮਤਾਵਾਂ ਭੈਣਾਂ ਦਾ ਇਕੱਠ ਕਰਕੇ ਇਹਨਾਂ ਦੀਆਂ ਅਰਥੀਆਂ ਫੂਕ ਮੁਜ਼ਾਹਰਾ ਕਰਾਂਗੇ, ਬਹੁਤ ਵੱਡੇ ਕੱਟ ਆਊਟ ਬਣਾਵਾਂਗੇ। ਇਸੇ ਤਰੀਕੇ ਨਾਲ ਥਰੂ ਆਊਟ ਪੂਰੇ ਪੰਜਾਬ ਦੇ ਵਿੱਚ 25 ਦੁਸਹਿਰੇ ਵਾਲੇ ਦਿਨ ਪੂਰੇ ਪਿੰਡਾਂ ਦੇ ਵਿੱਚ ਕਾਰਪੋਰੇਟ ਘਰਾਣੇ ਤੇ ਆਪਣਾ ਮੋਦੀ ਜੀ ਦੇ ਅਰਥੀ ਫੂਕ ਮੁਜ਼ਾਹਰੇ ਪਿੰਡ ਪੱਧਰੀ ਕਰਾਂਗੇ। ਇਹਦੋਂ ਗਾਂ ਅਸੀਂ ਜਵਾਬ ਦਿੱਤੇ ਆ ਜਿਹੜੇ ਅੱਜ ਫੈਸਲੇ ਕੀਤੇ ਤੱਕ ਮੀਟਿੰਗ ਲਾ ਕੇ ਵੀ ਜਿਹੜਾ ਬਲੈਕ ਆਊਟ ਦੀ ਗੱਲ ਕਹੀ ਜਾ ਰਹੀ ਆ, ਪਾਵਰਕਾਮ ਦੇ ਡਾਇਰੈਕਟਰ ਵੰਡ ਦਾ ਬਿਆਨ ਆ ਗਿਆ ਕਿ ਬਿਜਲੀ ਦੀ ਕੋਈ ਘਾਟ ਨਹੀਂ ਹੈਗੀ ਜੀ, ਸੋ ਵੀ ਝੂਠ ਸਾਬਤ ਹੋ ਰਿਹਾ। ਦੂਸਰਾ, ਅਸੀਂ ਕੈਪਟਨ ਸਰਕਾਰ ਨੂੰ ਜਵਾਬ ਦਿੱਤਾ ਜਿਹੜਾ ਬਾਰਦਾਨੇ ਦੀ ਘਾਟ, ਖਾਦ ਦੀ ਘਾਟ ਕਹੀ ਜਾ ਰਹੀ ਆ, ਰਾਜਧਾਨੀ ਤੱਕ ਰੇਲ ਆ ਰਹੀ ਹੈ ਚੰਡੀਗੜ੍ਹ ਤੱਕ, ਉੱਥੋਂ ਟਰੱਕਾਂ ਨਹੀਂ ਬਾਰਦਾਨਾ ਵੀ ਆ ਸਕਦਾ, ਖਾਦ ਵੀ ਆ ਸਕਦੀ, ਹੋਰ ਸਮਾਨ ਵੀ ਆ ਸਕਦਾ। ਚੰਡੀਗੜ੍ਹ ਤੋਂ ਲੁਧਿਆਣੇ ਵਾਲਾ ਮਾਰਗ ਵੀ ਜੋ ਮੈਨੂੰ ਪੱਕੀ ਨਹੀਂ ਖਬਰ ਵਿਹਲਾ ਲੱਗ ਰਿਹਾ ਵਾ, ਠੀਕ ਹੈ ਜੀ, ਉਹ ਪਿੰਡਾਂ ਤੱਕ ਪਹੁੰਚ ਸਕਦਾ ਵਾ। ਜਿੰਨਾ ਰੌਲਾ ਪਾਇਆ ਜਾ ਰਿਹਾ ਵਾ ਬਿਜਲੀ ਬਾਰੇ ਜਾਂ ਖਾਦਾਂ ਦਵਾਈਆਂ ਬਾਰੇ, ਉਹਨਾਂ ਰੌਲਾ ਹੈ ਨਹੀਂ। ਸਾਨੂੰ ਲੱਗਦਾ ਕੈਪਟਨ ਸਾਹਿਬ ਮੋਦੀ ਸਰਕਾਰ ਤੇ ਦਬਾਅ ਬਣਾਉਣ ਦੀ ਬਜਾਏ ਸਾਡੇ ਖਿਲਾਫ ਪ੍ਰਚਾਰ ਪ੍ਰੋਪਗੈਂਡਾ ਜ਼ਿਆਦਾ ਕਰ ਰਹੇ ਨੇ ਤੇ ਉਹ ਮੋਦੀ ਜੀ ਦੇ ਹੱਕ 'ਚ ਭੁਗਤ ਰਹੇ ਨੇ। ਇਹ ਫੈਸਲੇ ਤੇ ਇਹ ਤੋਂ ਜਿਹੜਾ ਸੱਦਾ ਆਇਆ ਗਿਆ, ਮੈਂ ਸਵੇਰੇ ਇਹਦੇ ਬਾਰੇ ਆਪਾਂ ਜਥੇਬੰਦੀ ਵਿਚਾਰ ਚਰਚਾ ਕਰਕੇ ਕੱਲ ਮੀਟਿੰਗ ਕਰਕੇ ਇਹ ਫੈਸਲਾ ਦਊਗੀ। ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇਹਨੂੰ ਜਨ ਅੰਦੋਲਨ, ਤੇ ਅਸੀਂ ਇਹਦੇ ਵਿੱਚ 23 ਅਕਤੂਬਰ ਨੂੰ ਜਿਹੜੇ ਸ਼ਹਿਰਾਂ ਦੇ ਲੋਕ ਨੇ ਉਹਨਾਂ 'ਚ ਇਹਨਾਂ ਦਿਨਾਂ 'ਚ ਮਾਰਚ ਕਰਕੇ ਬਾਜ਼ਾਰਾਂ ਦੇ ਵਿੱਚ ਸ਼ਹਿਰੀ ਲੋਕਾਂ ਦਾ ਵੱਡਾ ਹਿੱਸਾ ਉਹ ਇਸ ਅੰਦੋਲਨ ਵਿੱਚ ਸ਼ਾਮਲ ਕਰਾਂਗੇ ਵੀ ਇਹ ਸਾਰਿਆਂ ਦਾ ਅੰਦੋਲਨ ਬਣਦਾ, ਇਕੱਲਾ ਕਿਸਾਨ ਮਜ਼ਦੂਰ ਦਾ ਨਹੀਂ, ਤੇ ਲੋਕਾਂ ਦਾ ਸਹਿਯੋਗ ਵੀ ਸਾਨੂੰ ਪੂਰੇ ਰੂਪ ਵਿੱਚ ਮਿਲ ਰਿਹਾ ਜੀ। ਤਾਂ ਸਰਵਣ ਸਿੰਘ ਜੀ, ਬਿਲਕੁਲ ਇਸ ਤਰੀਕੇ ਦੇ ਨਾਲ ਜੋ ਪਹਿਲਾਂ ਤਾਂ ਰੇਲ ਰੋਕੋ ਅੰਦੋਲਨ ਸੀ ਤੁਸੀਂ ਕਿਹਾ ਜਾਰੀ ਰਹੇਗਾ, ਹੁਣ ਤੁਹਾਡੇ ਸਾਥੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੂਬੇ ਭਰ ਦੇ ਟੋਲ ਪਲਾਜ਼ਾ ਵੀ ਘੇਰ ਲਏ ਗਏ ਨੇ, ਤਾਂ ਹੁਣ ਅੱਗੇ ਤੁਸੀਂ ਜੋ ਸੱਦੇ ਦੀ ਗੱਲ ਜੇਕਰ ਕੀਤੀ ਜਾਵੇ ਤਾਂ ਗੱਲਬਾਤ ਤਾਂ ਕਰਨੀ ਪਵੇਗੀ, ਕਿਉਂਕਿ ਗੱਲਬਾਤ ਦੇ ਨਾਲ ਹੀ ਅੱਗੇ ਤੁਹਾਨੂੰ ਪਤਾ ਲੱਗ ਸਕੇਗਾ ਕਿ ਕੇਂਦਰ ਕੀ ਸੋਚ ਰਹੀ ਹੈ। ਕੁਝ ਸੋਧ ਕਰਨ ਦਾ ਵੀ ਵਿਚਾਰ ਹੈ ਕੇਂਦਰ ਦਾ, ਜਾਂ ਫਿਰ ਹਜੇ ਸਿਰਫ ਤੁਹਾਨੂੰ ਇਹੀ ਗੱਲ ਕਹੀ ਜਾਵੇਗੀ ਕਿ ਤੁਹਾਨੂੰ ਸਮਝਾਇਆ ਜਾਵੇਗਾ, ਤੁਹਾਡੇ ਸ਼ੰਕੇ ਦੂਰ ਕੀਤੇ ਜਾਣਗੇ? ਤਾਂ ਇਸ ਦੇ ਲਈ ਗੱਲਬਾਤ ਤਾਂ ਕਰਨੀ ਪਵੇਗੀ। ਕੀ ਲੱਗਦਾ ਹੈ ਕਿ ਇਸ ਗੱਲ ਤੇ ਤੁਸੀਂ ਸਹਿਮਤੀ ਬਣਾਓਗੇ ਕਿ ਇੱਕ ਵਾਰ ਮਿਲ ਆਈਏ ਜਾ ਕੇ? ਠੀਕ ਹੈ, ਮੈਂ ਫਿਰ ਕਹਿਣਾ ਵੀ ਕੋਈ ਵੀ ਮਸਲੇ ਹੋਣ
ਹੁੰਦੇ ਗੱਲਬਾਤ ਰਾਈ ਹੁੰਦੇ ਆ, ਇਹਦੇ ਤੋਂ ਕਦੀ ਨਹੀਂ ਭੱਜਦੇ ਹੈ। ਇਹ ਸਭ ਤੋਂ ਚੰਗੀ ਚੀਜ਼ ਆ ਗੱਲ ਕਰਕੇ। ਪਰ ਸਵਾਲ ਤੇ ਇਹਦੇ ਵਿੱਚ ਤੁਸੀਂ ਵੇਖ ਲਓ ਵੀ ਜਦੋਂ ਭਾਜਪਾ ਦਾ ਕੋਈ ਵੀ ਪ੍ਰਵਕਤਾ ਟੀਵੀ ਚੈਨਲ ਤੇ ਬੋਲਦਾ, ਚਲੋ ਇਹ ਗੱਲ ਕਹਿੰਦਾ ਕਿ ਅਸੀਂ ਜਿਹੜੀ ਜੀ ਕਾਨੂੰਨ ਰੱਦ ਨਹੀਂ ਕਰ ਰਹੇ, ਪੱਤਰ ਤੇ ਲਕੀਰ ਆ, ਤੋਂ ਡੈਡਲੌਕ ਪੈਦਾ ਕਰਦਾ ਵਾ। ਇਹੀ ਸਭ ਤੋਂ ਵੱਡੀ ਸਮੱਸਿਆ ਵਾ। ਦੂਸਰਾ, ਜਿਹੜਾ ਐਗਰੀਕਲਚਰ ਸਕੱਤਰ ਦੀ ਚਿੱਠੀ ਆਈ, ਉਹ ਚ ਕੁਝ ਵੀ ਨਹੀਂ ਹੈਗਾ ਵੀ ਕਿਹੜਾ ਬੰਦਾ ਮੀਟਿੰਗ ਕਰੂਗਾ। ਠੀਕ ਹੈ ਜੀ, ਦੱਸੋ ਐਗਰੀਕਲਚਰ ਸਕੱਤਰ ਕਿਵੇਂ ਫੈਸਲਾ ਕਰ ਲੂਗਾ ਦੇਸ਼ ਦਾ ਐਡਾ ਵੱਡਾ? ਵੀ ਉੱਚ ਪ੍ਰਧਾਨ ਮੰਤਰੀ ਜੀ ਤੇ ਆਏ ਨਹੀਂ ਹੈਗੇ। ਪ੍ਰਧਾਨ ਮੰਤਰੀ ਜੀ ਵੱਡਾ ਦਿਲ ਕਰਨ, 80% ਪੰਜਾਬ ਦੇ ਕਿਸਾਨ ਮਜ਼ਦੂਰ, 80% ਲੋਕਾਂ ਦੀ ਗੱਲ ਹੈ, ਛੋਟੀ ਮੋਟੀ ਗੱਲ ਨਹੀਂ। ਸੋ ਹਰਿਆਣੇ ਦੇ ਕਿਸਾਨਾਂ ਨੂੰ ਫਿਰ ਸੱਦਿਆ ਨਹੀਂ ਗਿਆ, ਦੇਸ਼ ਦੇ ਕਿਸਾਨਾਂ ਨੂੰ ਸੱਦਿਆ ਨਹੀਂ ਜਾ ਰਿਹਾ। ਇਹ ਚੀਜ਼ਾਂ ਅੜਚਨ ਤਾਂ ਖੜੀ ਕਰਨਗੀਆਂ। ਸੋ ਇਸ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਵੱਡਾ ਦਿਲ ਕਰਕੇ ਕਿਹਾ ਜਾਂਦਾ, ਪ੍ਰਧਾਨ ਮੰਤਰੀ ਆ, ਤੇ ਉਹਨਾਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣਨੀ ਚਾਹੀਦੀ ਆ। ਤਾਂ ਬੰਦ ਕਰਕੇ ਕਾਰਪੋਰੇਟ ਦੇ ਹੱਕ 'ਚ ਥੋੜਾ ਭੁਗਤਣਾ ਚਾਹੀਦਾ। ਸੋ ਇਹ ਗੱਲਾਂ ਵੀ ਆਉਣਗੀਆਂ ਸਾਡੇ ਸਾਹਮਣੇ। ਗੱਲਬਾਤ ਤੋਂ ਨਹੀਂ ਭੱਜਦੇ ਹੈਗੇ। ਫਿਰ ਵੀ ਸਾਡੀ ਸੂਬਾ ਕਮੇਟੀ ਰਾਤ ਬਹਿ ਕੇ ਸੁਬਾਹ ਦਿਨ ਚੜ੍ਹਦੇ ਤੱਕ ਇੱਥੇ ਵਿਚਾਰ ਚਰਚਾ ਕਰਕੇ ਹੱਤਮੀ ਫੈਸਲਾ ਉਦੋਂ ਦੱਸਾਂਗੇ ਵੀ ਜਾਣਾ ਕਿ ਨਹੀਂ ਜਾਣਾ। ਜੀ ਸਰਵਨ ਸਿੰਘ ਪੰਦੇਰ ਜੀ, ਤਾਂ ਸਿਆਸਤ ਵੀ ਲਗਾਤਾਰ ਪੱਖੀ ਹੋਈ ਹੈ। ਤੁਸੀਂ ਵੀ ਤਸਵੀਰਾਂ ਦੇਖੀਆਂ ਹੈ ਕਿ ਟਰੈਕਟਰ ਰੈਲੀਆਂ ਹਰ ਕਿਸੇ ਵੱਲੋਂ ਕੀਤਾ ਜਾ ਰਹੀਆਂ ਸੀ, ਪਰ ਹੁਣ ਪੰਜਾਬ ਤੋਂ ਲੈ ਕੇ ਇਹ ਪ੍ਰਦਰਸ਼ਨ ਦਿੱਲੀ ਤੱਕ ਪਹੁੰਚਦੇ ਨਜ਼ਰ ਆ ਰਹੇ ਨੇ, ਕਿਉਂਕਿ ਕੱਲ ਆਮ ਆਦਮੀ ਪਾਰਟੀ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਜੰਤਰ ਮੰਤਰ ਤੇ ਬਹਿ ਕੇ ਧਰਨਾ ਦੇਣ ਜਾ ਰਹੇ ਹਾਂ। ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਸਿਆਸੀ ਰੋਟੀਆਂ ਹੀ ਸੇਕੀਆਂ ਜਾ ਰਹੀਆਂ ਨਹੀਂ, ਜਾਂ ਵਾਕਈ ਕੇਂਦਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਹੈ? ਕੋਈ ਵੀ ਪਾਰਟੀ ਪ੍ਰੋਗਰਾਮ ਕਰੇ, ਉਹਦਾ ਡੈਮੋਕ੍ਰੇਸੀ 'ਚ ਹੱਕ ਆ, ਪਰ ਸਾਰੀਆਂ ਸਿਆਸੀ ਪਾਰਟੀਆਂ ਟੋਟਲੀ ਇਸ ਅੰਦੋਲਨ ਦੇ ਵਿੱਚੋਂ 22 ਤੇ 24 ਦਾ ਚਿਹਰਾ ਵੇਖ ਰਹੀਆਂ ਨੇ, ਸਿਆਸੀ ਰੋਟੀਆਂ ਸੇਕ ਰਹੀਆਂ ਨੇ। ਹਾਂ, ਕੋਈ ਜਾ ਕੇ ਦਿੱਲੀ ਕਰਦਾ ਇਤਰਾਜ਼ ਕੋਈ ਨਹੀਂ। ਅਸੀਂ ਕਹਿੰਦੇ ਜਥੇਬੰਦੀਆਂ ਤੇ ਪੈਰਲਲ ਪ੍ਰੋਗਰਾਮ ਨਾ ਕੀਤੇ ਜਾਣ। ਜਿਹੜੀਆਂ ਤੁਹਾਨੂੰ ਜਿਤਾਇਆ ਵਾ, ਪਹਿਲੋਂ ਤੇ ਇਹ ਗੱਲਾਂ ਕਹਿੰਦੇ ਸੀ ਸਾਡੇ ਜਿੰਨੇ ਵੀ, ਸਾਨੂੰ MP ਬਣਾ ਦਿਓ, MLA ਬਣਾ ਦਿਓ, ਠੀਕ ਆ, ਮੰਤਰੀ ਬਣਾ ਦਿਓ, ਤੁਹਾਡੇ ਮਸਲੇ ਹੱਲ ਕਰਾਂਗੇ। ਹੁਣ MP MLA ਬਣ ਕੇ ਵੀ ਮਸਲੇ ਹੱਲ ਨਹੀਂ ਹੋ ਰਹੇ। ਆਪਣੇ ਪਲੇਟਫਾਰਮ ਨੂੰ ਛੱਡ ਕੇ ਜਿਹੜਾ ਜਥੇਬੰਦੀਆਂ ਦਾ ਟ੍ਰੈਂਡ ਉਹ ਅਪਣਾਇਆ ਜਾ ਰਿਹਾ। ਚਲੋ ਫਿਰ ਵੀ ਕਿਸੇ ਦੀ ਆਜ਼ਾਦੀ ਆ, ਦਿੱਲੀ ਜਾ ਕੇ ਕਰੇ, ਸਗੋਂ ਅਸੀਂ ਕਹਿੰਦੇ ਦਿੱਲੀ ਪ੍ਰਦਰਸ਼ਨ ਹੋਣਾ ਚਾਹੀਦਾ। ਪਰ ਜਿਸ ਤੱਕ ਸਿਆਸੀ ਪਾਰਟੀਆਂ ਦੀ ਨੀਤ ਆ, ਸਾਰਿਆਂ ਦੀਆਂ ਨੀਤਾਂ ਚੰਗੀਆਂ ਨਹੀਂ ਹੈਗੀਆਂ। ਇਹ ਵੋਟ ਨੂੰ ਕੈਸ਼ ਕਰਨ ਵਾਲਾ ਸਵਾਲ ਆ। ਕਿਵੇਂ ਨਾ ਕਿਵੇਂ ਜਿਹੜਾ ਦੇਸ਼ ਦਾ ਅੰਨਦਾਤਾ ਵਾ ਜਾਂ ਪੰਜਾਬ ਦੇ ਵਿੱਚ ਆ, ਉਹਦੀ ਮਾਨਸਿਕਤਾ ਨੂੰ ਖੁਸ਼ ਕਰਨ ਦਾ ਹਕੀਕੀ ਮਾਇਨਿਆਂ ਵਿੱਚ ਉਹਨਾਂ ਦਾ ਇਹਨਾਂ ਬਿੱਲਾਂ ਨਾਲ ਕੋਈ ਸਵਾਲ ਨਹੀਂ। ਕਿਉਂਕਿ ਪੰਜਾਬ ਦੀਆਂ ਸਾਰੀ ਸਿਆਸੀ ਧਿਰਾਂ ਇੱਕ ਮੰਚ ਤੇ ਇਕੱਠੀਆਂ ਨਹੀਂ ਹੋ ਰਹੀਆਂ। ਭਾਵੇਂ ਸਾਡੇ ਮੁੱਖ ਮੰਤਰੀ ਜੀ ਵੀ ਨਾਕਾਮਯਾਬ ਰਹੇ ਸਾਰਿਆਂ ਨੂੰ ਇਕੱਠੇ ਕਰਨ ਦੀ, ਸਰਬਦਲੀਏ ਮੀਟਿੰਗ ਨਹੀਂ ਸੱਦੀ ਉਹਨਾਂ ਨੇ, ਸਾਰੀਆਂ ਪਾਰਟੀਆਂ ਨੂੰ ਸੱਦਾ ਹੀ ਨਹੀਂ ਦਿੰਦੇ। ਜੇ ਇਹਨਾਂ ਨੂੰ ਠੀਕ ਲੱਗਦਾ ਪੋਲੀਟੀਕਲ ਤੌਰ ਤੇ ਸਾਰੀਆਂ ਪਾਰਟੀਆਂ ਇੱਕ ਥਾਂ ਇਕੱਠੀਆਂ ਹੋ ਕੇ ਦਿੱਲੀ ਦਰਬਾਰ ਤੇ ਦਬਾਅ ਪਾਉਣ, ਇਕੱਠੇ ਹੋ ਕੇ ਗਿਆ, ਬੜਾ ਫਾਇਦਾ ਹੁੰਦਾ ਕਿ ਅਸੀਂ ਗ੍ਰਹਿ ਮੰਤਰੀ ਨੂੰ ਮਿਲੀਏ, ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ, ਸਾਡਾ ਡੈਪੂਟੇਸ਼ਨ ਸਾਰੀਆਂ ਪਾਰਟੀਆਂ ਦਾ, ਕਿਸੇ ਕੋਲ 1 MLA, ਕਿਸੇ ਕੋਲ 2 MLA, 117 MLA ਇਕੱਠੇ ਹੋ ਕੇ ਜਾਣ। ਆਪਣੇ 13 MP ਆ। ਤਾਂ ਸਰਵਨ ਸਿੰਘ ਜੀ, ਇਸ ਤੋਂ ਇਲਾਵਾ ਜੋ ਅਲਟੀਮੇਟਮ ਦਿੱਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਇਆ ਜਾਵੇ, ਪਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਬਾਅ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਸਰਕਾਰ ਨੂੰ ਜਦੋਂ ਸਹੀ ਲੱਗੇਗਾ, ਕਰੋਨਾ ਦਾ ਪ੍ਰਭਾਵ ਘਟੇਗਾ, ਫਿਰ ਹੀ ਅਸੀਂ ਸੈਸ਼ਨ ਸੱਦਾਂਗੇ। ਤਾਂ ਇਸ ਬਾਰੇ ਕੀ ਅੱਗੇ ਕੋਈ ਗੱਲਬਾਤ ਹੋ ਪਾਈ ਹੈ ਹੁਣ? ਆਨੇ ਉਹਨਾਂ ਨੇ ਮੇਰੇ ਕੋਲ 14 ਨੂੰ ਮੀਟਿੰਗ ਸੱਦ ਲਈ ਆ। ਜਿਹੜੀ ਇਹ ਭਾਸ਼ਾ ਨਾ ਮੁੱਖ ਮੰਤਰੀ ਸਾਹਿਬ ਦੀ, ਇਹਨੂੰ ਅਸੀਂ ਸਹੀ ਨਹੀਂ ਮੰਨਦੇ। ਇਹ ਠੀਕ ਹੈ ਜੀ। ਇਸ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਭਲਿਆ, ਤੁਸੀਂ ਇਹ ਗੱਲ ਕਹਿੰਦੇ ਸੀ ਕਿਸਾਨਾਂ ਦੇ ਨਾਲ ਆ, ਇਹ ਕਿਸਾਨਾਂ ਦੇ ਬਹੁਤ ਵੱਡੀ ਸੱਟ ਆ, ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਆ। ਦੂਜੇ ਬਣੇ ਇਸ ਕਿਸਮ ਦੀ ਭਾਸ਼ਾ ਵਰਤਣੀ ਅੰਦੋਲਨਕਾਰੀ ਕਿਸਾਨਾਂ ਨਾਲ, ਇਹ ਠੀਕ ਨਹੀਂ ਹੈਗਾ। ਸੋ ਅਸੀਂ ਕਿਸੇ ਕਿਸਮ ਦੀ ਧਮਕੀ ਤੋਂ ਵੀ ਡਰਦੇ ਨਹੀਂ ਹੈਗੇ। ਮੁੱਖ ਮੰਤਰੀ ਜੀ ਧਮਕੀਆਂ ਦੇ ਜਿਸ ਲਹਿਜੇ ਦੇ ਵਿੱਚ, ਸੋ ਦੂਜਾ ਇਜਲਾਸ ਸੱਦਿਆਂ ਵੀ ਪੰਜਾਬ ਦਾ ਕੋਈ ਉਹਦੇ ਦੇ ਵਿੱਚ ਭਲਾ ਹੋਣ ਵਾਲਾ ਨਹੀਂ ਹੈਗਾ। ਪਰ ਫਿਰ ਵੀ ਇਹ ਨੈਤਿਕ ਤੌਰ ਤੇ ਪੰਜਾਬ ਦੀ ਜਿੱਤ ਹੈ ਵੀ ਪੰਜਾਬ ਦੀ ਅਸੈਂਬਲੀ ਸਾਰੇ MLA ਇਕੱਠੇ ਹੋ ਕੇ ਮਤਾ ਪਾਸ ਕਰਦੇ। ਬੇਸ਼ੱਕ ਕੇਂਦਰ ਦਾ ਕਾਨੂੰਨ ਫਿਰ ਵੀ ਭਾਰੀ ਰਹੂਗਾ, ਸਮੱਸਿਆ ਉਹਦੇ ਨਾਲ ਹੀ ਬਹੁਤ ਨੇ, ਪਰ ਜਿਹੜਾ ਵਾਅਦਾ ਕੀਤਾ ਸੀਗਾ, ਜਿਹੜੀਆਂ ਸਾਡੀਆਂ ਭਰਾ ਜਥੇਬੰਦੀਆਂ ਸੀਗੀਆਂ ਉੱਥੇ, ਉਹਨਾਂ ਨਾਲ ਉਹ ਵਾਅਦਾ ਪੁੱਜੇ ਹੋਣੀ ਨਹੀਂ। ਤੁਸੀਂ ਵਾਅਦਾ ਪੂਰਾ ਕਰਦੇ, ਤੇ ਜਿਹੜਾ ਵਾਅਦਾ ਰਾਹੁਲ ਗਾਂਧੀ ਜੀ ਕਰ ਗਏ ਆ ਵੀ ਅਸੀਂ ਆਗੇ ਦਾ ਕਾਨੂੰਨ ਦੀ ਟੋਕਰੀ 'ਚ ਸੁੱਟ ਦਾਂਗੇ, ਉਸ ਵਾਅਦੇ ਤੇ ਅਸੀਂ ਕਿਵੇਂ ਯਕੀਨ ਕਰ ਲਈਏ? ਸੋ ਇਹ ਗੱਲਾਂ ਟਕਰਾਉਂਦੀਆਂ ਨੇ ਆਪਸ ਦੇ ਵਿੱਚ। ਜੀ ਸਰਵਨ ਸਿੰਘ ਜੀ, ਸ਼ੁਕਰੀਆ ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਦੇ ਵੱਲੋਂ ਜੋ ਅੱਜ ਮੀਟਿੰਗ ਕੀਤੀ ਗਈ ਹੈ, ਉਸ ਦੀ ਰਣਨੀਤੀ ਨੂੰ ਦੱਸਦਿਆਂ ਕਿਹਾ ਗਿਆ ਹੈ ਕਿ ਫਿਲਹਾਲ 14 ਅਕਤੂਬਰ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਆਪਣਾ ਰੇਲ ਰੋਕੋ ਅੰਦੋਲਨ ਜਾਰੀ ਰੱਖੇਗੀ। ਤੇ ਉਸ ਤੋਂ ਇਲਾਵਾ ਅੱਗੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ 25 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਤੇ ਹੋਰ ਪਿੰਡਾਂ ਦੇ ਵਿੱਚ ਇਸ ਵਾਰ ਰਾਵਣ ਦੇ ਪੁਤਲੇ ਨਹੀਂ ਫੂਕੇ ਜਾਣਗੇ, ਬਲਕਿ ਜੋ ਕੇਂਦਰ ਸਰਕਾਰ ਦੇ ਮੰਤਰੀ ਨੇ ਉਹਨਾਂ ਦੇ ਜੋ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਤੋਂ ਇਲਾਵਾ ਨਾਲ ਹੀ ਕਹਿ ਦਿੱਤਾ ਹੈ ਉਹਨਾਂ ਨੇ ਕਿ ਜੋ
सद्दे ते सद्दा मिल रहा है उस ते की जवाब दिता जाना है, गलबात होनी है या फिर नहीं, इस दे बारे अज एक रात नूं फिर तो मीटिंग होगी तो कल सवेर तक ये तस्वीर साफ होगी कि किसान जथेबंदियां केंद्र के सद्दे ते इस बार गलबात करने के लिए जांदियां नहीं या फिर नहीं। दस दईए कि 8 तरीक नूं भी सद्दा दिता गया सी पर उसका साफ तौर पर जो किसान जथेबंदियां ने बाईकाट कर दिता, कहा कि असीं नहीं जावांगे। हालांकि पिछली बार की चिट्ठी के नालों ते इस बार की चिट्ठी दे विच बदलाव तो जरूर है। पिछली बार बकायदा कहा गया सी कि 6 तो 7 किसान आगू जिहड़े आके मुलाकात कर सकते हैं, पर इस बार जो कोई गिनती नहीं दसी गई कि सिर्फ इन्ने आगू ही मुलाकात कर सकते हैं। यह कहा गया है कि जो किसान जथेबंदियां ने उन्हां दे आगू आण के मुलाकात करन। संजय अग्रवाल दे वल्लों ही पिछली बार जो सकत्तर ने यह सद्दा भेजा गया सी, इस बार भी उन्हां दे वल्लों ही सद्दा भेजा गया है। इस ते किसान जथेबंदियां इतराज जता रही ने कि सानू मुलाकात करनी है तो सकत्तर दे नाल नहीं करनी, असीं खेतीबाड़ी मंत्री दे नाल, प्रधानमंत्री दे नाल मुलाकात करांगे, उन्हां दे नाल टेबल टॉक करांगे, गलबात करांगे जिथे सानू मसले दा कोई हल नजर आवेगा। क्योंकि असीं गलबात करनी है, असीं अपनियां मंगां रखनियां ने, असीं कोई शंके दूर नहीं करने क्योंकि सानू कोई भी शंके नहीं ने। तक किसान मजदूर संघर्ष कमेटी दे वल्लों 24 सितंबर तो जो लगातार रेल अंदोलन लगा होया सी वो जारी रहेगा। केंद्र के वल्लों किसानों नूं मुड़ तो मीटिंग का सद्दा दिता गया है। 11:30 बजे मीटिंग का सद्दा दिता गया है परसों का, यानी कि 14 अक्तूबर का यह सद्दा दिता गया है कि सवेरे 11:30 बजे आण के किसान जथेबंदियां मुलाकात करन। इस दे लई बकायदा जो खेतीबाड़ी सकत्तर ने संजय अग्रवाल उन्हां दे वल्लों एक चिट्ठी जारी की गई है, हिंदी दे विच चिट्ठी लिखी गई है जिस दे विच सवेरे 11:30 बजे का समा किसानों नूं दिता गया है। केंद्रीय खेतीबाड़ी विभाग ने किसानों नूं सद्दा भेजा है जिहड़ा कि पहला 8 अक्तूबर नूं भी भेजा गया सी, पर किसानों ने इसका बाईकाट कर दिता। किसान पहला मुलाकात करन तो इनकार कर चुके ने। तो चिट्ठी दे विच लिखिया है कि केंद्र किसानों दे नाल गलबात करन दे लई उत्सुक है, तो किसान आउण केंद्र दे नाल गलबात करन, अपने शंके रखण। पर किसान ये गल कह रहे हैं कि असीं प्रधानमंत्री दे नाल गलबात करांगे या खेतीबाड़ी मंत्री नरेंद्र तोमर दे नाल गलबात करांगे, असीं खेतीबाड़ी सकत्तर दे नाल गलबात नहीं करांगे। तां फिलहाल अज किसान जथेबंदियां मीटिंग करके यह फैसला करनगियां कि मुलाकात दे लई दिल्ली जाना है या फिर नहीं। उन्होंने पिछली मीटिंग का बेशक बाईकाट करता सी, किसानों को अपील करोगे कि जो 14 तरीक की मीटिंग है इसका बाईकाट ना किया जाए, इस दे विच शामिल होकर केंद्र के जो नुमाइंदे उन्हां नाल गल की जाए। मैं पूछना चाहना संघर्ष कोई रस्ता है? संघर्ष नाल कोई हल हो जाएगा ਜਦੋਂ तक ਅਸੀਂ एक दूसरे शंका 'ਚ ਹੀ ਰਵਾਂਗੇ। ਹੁਣ ਸੈਂਟਰ ਵਾਲੇ ਕਹਿੰਦੇ ਅਸੀਂ ਤਾਂ ਅੱਛਾ ਬਣਾਇਆ, ਇਹ ਕਹਿੰਦੇ ਬੁਰਾ ਬਣਾਇਆ, ਤਾਂ ਅਸੀਂ ਸੈਂਟਰ ਵਾਲੇ ਅੱਛਾ ਅੱਛਾ ਕਹਿੰਦੇ ਰਹਿਣ, ਇਹ ਬੁਰਾ ਬੁਰਾ ਕਹਿੰਦੇ ਰਹਿਣ, ਕੋਈ ਹੱਲ ਹੈ? ਜਦੋਂ ਤੱਕ ਅਸੀਂ ਇੱਕ ਟੇਬਲ ਤੇ ਨਹੀਂ ਬੈਠਾਂਗੇ ਹੱਲ ਹੋਊਗਾ। ਮੈਂ ਕਿਸਾਨ ਜਥੇਬੰਦੀਆਂ ਨੂੰ ਪ੍ਰਾਰਥਨਾ ਕਰਦਾ, ਮੈਂ ਅਪੀਲ ਕਰਦਾ, ਜ਼ਰੂਰ ਜਾਣ, ਗੱਜ ਵੱਜ ਕੇ ਜਾਣ, ਆਪ ਦੀ ਗੱਲ ਨੂੰ ਜੁਰਤ ਨਾਲ ਰੱਖਣ, ਕਿਸਾਨ ਦੇ ਹਿੱਤ ਦੇ ਵਿੱਚ ਰੱਖਣ ਤੇ ਨਾਲ ਦੇਸ਼ ਹਿੱਤ ਵੀ ਦੇਖਣ, ਕਿਸਾਨ ਹਿੱਤ ਵੀ ਦੇਖਣ, ਦੇਸ਼ ਹਿੱਤ ਵੀ ਦੇਖਣ, ਸੂਬਾ ਹਿੱਤ ਵੀ ਦੇਖਣ। ਸਾਡਾ ਡਿਊਟੀ ਹੈ, ਇਹ ਦੇਸ਼ ਵੀ ਸਾਡਾ ਹੈ। अगर देश किसी तरह देश के भी कोई चीज़ डैमेज होती, असी लगातार 20 दिनों तो किसान जथेबंदियां जी 31 गल कर रहे हैं। फोन तो किसी ने 4 बारी गल होगी और किसी ने 5 बारी गल होगी, पर उन्होंने एक हैगा कि 31 इकट्ठे कि असी किसी पार्टी नाल बहना नहीं। तो कौन पार्टी किसी पार्टी नाल तो ना बहो, पर भारतीय जनता पार्टी असी जिहड़े वर्कर है असी गल उत्ते तक लैके जानी है, उत्तों गल इन्हां को थल्ले लैके आनी है। असी एक मीडिएटर के जड़े विचाले रोल जिहड़ा है वो भारतीय जनता पार्टी का वर्कर भारतीय जनता पार्टी का सच्चा सिपाही कर सकता है, ना कि कोई कांग्रेस का आम आदमी पार्टी का कर सकता है। हुण आम आदमी पार्टी और कांग्रेस कदों चाहती है कि ये चीज़ हो जाए? बिल्कुल नहीं चाहते। ये करना चाहते सी पर ये कर नहीं सके। यही बिल जिहड़ा है कांग्रेस भी लैके आना चाहती सी, ये लैके नहीं आ सकी क्यों? उन्हां च इन्ना दम नहीं है। माड़ी जी अगर कोई पग पिट देंदा है तो पीछे हट जाते हैं। तो उधर बीजेपी लगातार ये गल कह रही है कि किसान साडे नाल आके गलबात करन, अपनी गल सरकार के सामने रखन, तां ही उसका कोई हल निकलेगा। तो उधर टकसाली आगू सुखदेव सिंह ढींडसा दे वल्लों भी कहा गया है कि किसानों नूं केंद्र दे नाल गलबात करनी चाहिए है क्योंकि गलबात के जरिए ही हल निकलेगा। तो मैं समझदा सेंटर सरकार नूं बीजेपी नूं बहुत हमें तो लेना चाहिए, क्योंकि पंजाब बहुत बुरी हालात विच निकल रहा है। इस वक्त किसी भी गल्लां तो आके बिगाड़ी जा सकती है। मैं समझदा कि अज भी वक्त है, चलो हुणी मैंने दसिया गया कि उन्होंने फिर बुलाया है दिल्ली। मैं कहना भी किसान यूनियन नूं बुला के जिन्नियां 31 ने उन्होंने रिप्रजेंटेटिव नूं बुला के उन्हां नाल सीधी गल करन।
ਤੇ ਉਧਰ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਨਾਲ ਹੀ ਪਰਾਲੀ ਦੀ ਸਮੱਸਿਆ ਇੱਕ ਵਾਰ ਫਿਰ ਤੋਂ ਸਾਹਮਣੇ ਆਣ ਕੇ ਖੜੀ ਹੋ ਗਈ ਹੈ ਤੇ ਚਿੰਤਾ ਵਧਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ। ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਸ਼ੁਰੂਆਤ ਦੇ ਵਿੱਚ ਹੀ ਪਰਾਲੀ ਸਾੜਨ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਜੀ ਹਾਂ, ਪਿਛਲੇ 2 ਸਾਲਾਂ ਦੀ ਤੁਲਨਾ 'ਚ 4 ਗੁਣਾ ਮਾਮਲੇ ਵਧੇ ਨੇ। ਇਸ ਸਾਲ 21 ਸਤੰਬਰ ਨੂੰ ਪਰਾਲੀ ਸਾੜਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ। 9 ਅਕਤੂਬਰ ਤੱਕ ਪਰਾਲੀ ਸਾੜਨ ਦੇ 1926 ਮਾਮਲੇ ਸਾਹਮਣੇ ਆਏ ਤੇ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆ ਰਹੇ ਨੇ। ਇਕੱਲੇ ਅੰਮ੍ਰਿਤਸਰ 'ਚ ਹੁਣ ਤੱਕ 920 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ। ਤਰਨਤਾਰਨ ਦੇ ਵਿੱਚ 405, ਪਟਿਆਲਾ 'ਚ 153 ਮਾਮਲੇ। ਹੁਣ ਤੱਕ 460 ਕਿਸਾਨਾਂ ਨੇ 12.25 ਲੱਖ ਦਾ ਜੁਰਮਾਨਾ ਕਿਸਾਨਾਂ ਨੂੰ ਲਗਾਇਆ ਜਾ ਚੁੱਕਾ ਹੈ। 460 ਕਿਸਾਨਾਂ ਨੂੰ ਸਾਲ 2018 ਦੀ ਗੱਲ ਕਰੀਏ ਤਾਂ 9 ਅਕਤੂਬਰ ਤੱਕ 400 ਮਾਮਲੇ ਸਾਹਮਣੇ ਆਏ ਸੀ। ਸਾਲ 2019 ਦੇ ਵਿੱਚ 461 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਸੀ, ਪਰ ਇਸ ਵਾਰ ਹੁਣ ਤੱਕ 460 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 12.25 ਲੱਖ ਰੁਪਏ ਦਾ ਜੁਰਮਾਨਾ ਵੀ ਜੋ 460 ਕਿਸਾਨਾਂ ਨੂੰ ਲਗਾਇਆ ਜਾ ਚੁੱਕਾ ਹੈ। ਤੇ ਸਿੱਧਾ ਰੁਕ ਕਰਦੇ ਹਾਂ, ਪੰਕਜ ਕਪਾਹੀ ਮੇਰੇ ਸਹਿਯੋਗੀ ਲਾਈਵ ਜੁੜੇ ਨੇ। ਤਾਂ ਪੰਕਜ, ਬੇਸ਼ੱਕ ਅਪੀਲ ਵੀ ਹਰ ਸਾਲ ਕੀਤੀ ਜਾਂਦੀ ਹੈ, ਚੇਤਾਵਨੀ ਵੀ ਦਿੱਤੀ ਜਾਂਦੀ ਹੈ, ਪਰ ਸਮੱਸਿਆ ਜਿਉਂ ਦੀ ਤਿਉਂ ਹੀ ਖੜੀ ਰਹਿੰਦੀ ਹੈ ਕਿਉਂਕਿ ਕਿਸਾਨ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਪਰਾਲੀ ਸਾੜਨਾ ਸਾਡੀ ਕੋਈ ਸ਼ੌਂਕ ਨਹੀਂ ਹੈ, ਸਾਡੀ ਮਜਬੂਰੀ ਹੈ। ਤਾਂ ਫਿਲਹਾਲ ਚਿੰਤਾ ਵਧਾਉਣ ਵਾਲੇ ਅੰਕੜੇ ਨੇ, ਕੀ ਕੁਝ ਜਾਣਕਾਰੀ ਹੋਰ? ਬਿਲਕੁਲ ਅੰਮ੍ਰਿਤ, ਕਿਉਂਕਿ ਦੀਵਾਲੀ ਤੋਂ ਬਾਅਦ ਅਸੀਂ ਤਸਵੀਰ ਦੇਖਦੇ ਹਾਂ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਤਾਂ ਇਲਜ਼ਾਮ ਪੰਜਾਬ ਦੇ ਕਿਸਾਨਾਂ ਦੇ ਉੱਤੇ ਲੱਗਦਾ ਹੈ, ਹਰਿਆਣਾ ਦੇ ਕਿਸਾਨਾਂ ਦੇ ਉੱਤੇ ਲੱਗਦਾ ਹੈ। ਔਰ ਲਗਾਤਾਰ ਹਰ ਸਾਲ, ਇਹ ਕੋਈ ਪਹਿਲੇ ਸਾਲ ਜਾਂ ਦੂਸਰੇ ਸਾਲ ਦੀ ਤਸਵੀਰ ਨਹੀਂ ਹੈ, ਹਰ ਸਾਲ ਅਸੀਂ ਦੇਖਦੇ ਹਾਂ ਕਿ ਜਦੋਂ ਐਨਜੀਟੀ 'ਚ ਮਾਮਲਾ ਜਾਂਦਾ ਹੈ, ਪੰਜਾਬ ਸਰਕਾਰ ਨੂੰ ਤਲਬ ਕੀਤਾ ਜਾਂਦਾ, ਦਿੱਲੀ ਸਰਕਾਰ ਨੂੰ ਤਲਬ ਕੀਤਾ ਜਾਂਦਾ, ਕੇਂਦਰ ਸਰਕਾਰ ਨੂੰ ਤਲਬ ਕੀਤਾ ਜਾਂਦਾ ਹੈ, ਤਾਂ ਇਹ ਕਿਹਾ ਜਾਂਦਾ ਹੈ ਕਿ ਅਗਲੇ ਸਾਲ ਅਸੀਂ ਕਿਸਾਨਾਂ ਨੂੰ ਅਪੀਲ ਕਰਾਂਗੇ ਔਰ ਪੂਰੇ ਪਲਾਨ ਤਿਆਰ ਕਰਾਂਗੇ ਕਿ ਕਿਸਾਨ ਜਿਹੜੇ ਨੇ ਉਹ ਪਰਾਲੀ ਨਾ ਸਾੜਨ। ਔਰ ਦੂਜੇ ਪਾਸੇ ਗਰਾਊਂਡ ਜ਼ੀਰੋ ਤੇ ਜਦੋਂ ਅਸੀਂ ਤਸਵੀਰ ਦੇਖਦੇ ਹਾਂ ਤਾਂ ਖਾਸ ਤੌਰ ਤੇ ਮਾਝੇ ਦੀ ਗੱਲ ਕੀਤੀ ਜਾਵੇ, ਅੰਮ੍ਰਿਤਸਰ ਵਾਲੇ ਪਾਸੇ ਸਭ ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਪਰਾਲੀ ਸਾੜਦੇ ਹੋਏ ਨਜ਼ਰ ਆਉਂਦੇ ਨੇ। ਔਰ ਕਿਸਾਨ ਇਹ ਕਹਿ ਰਹੇ ਨੇ ਕਿ ਸਰਕਾਰ ਇੱਕ ਤਾਂ ਸਬਸਿਡੀ ਨਹੀਂ ਦਿੰਦੀ, ਸਰਕਾਰ ਇੱਕ ਤਾਂ ਸਹੀ ਤਰੀਕੇ ਦੇ ਨਾਲ ਬੋਨਸ ਜਿਹੜਾ ਉਹ ਨਹੀਂ ਦਿੱਤਾ ਜਾਂਦਾ, ਤਾਂ ਮਜਬੂਰੀ 'ਚ ਸਾਨੂੰ ਪਰਾਲੀ ਸਾੜਨੀ ਪੈਂਦੀ ਹੈ। ਪਰਾਲੀ ਸਾੜਨ ਨਾਲ ਜਿੱਥੇ ਸਾਹ ਲੈਣ ਦੀ ਦਿੱਕਤ ਆਉਂਦੀ ਹੈ, ਉੱਥੇ ਹੀ ਕਿਸਾਨਾਂ ਦੀ ਜ਼ਮੀਨ ਨੂੰ ਵੀ ਅਸਰ ਪੈਂਦਾ ਵਾ। ਜ਼ਮੀਨ ਵੀ ਜਿਹੜੀ ਹੈ ਉਹ ਥੋੜੀ ਜਿਹੀ ਖਰਾਬ ਹੁੰਦੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਹਰ ਸਾਲ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਨੇ ਕਿ 100 ਰੁਪਇਆ ਬੋਨਸ ਪ੍ਰਤੀ ਕੁਇੰਟਲ ਜਿਹੜੀ ਹੈ ਉਹ ਪਰਾਲੀ ਵਾਸਤੇ ਦਿੱਤਾ ਜਾਵੇ, ਲੇਕਿਨ ਹਰ ਸਾਲ ਇਹ ਤਸਵੀਰ ਨਜ਼ਰ ਆਉਂਦੀ ਹੈ। ਔਰ ਅਕਤੂਬਰ ਦੇ ਲੈ ਕੇ ਦਸੰਬਰ ਤੱਕ 2.5 ਤੋਂ 3 ਮਹੀਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਆਬੋ ਹਵਾ ਜਿਹੜੀ ਹੈ ਉਹ ਖਰਾਬ ਹੁੰਦੀ ਹੋਈ ਨਜ਼ਰ ਆਉਂਦੀ ਹੈ। ਔਰ ਅੰਮ੍ਰਿਤ, ਅੱਜ ਦੀ ਵੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਆਬੋ ਹਵਾ ਬਾਕੀ ਦਿਨਾਂ ਦੇ ਮੁਕਾਬਲੇ ਕਾਫੀ ਖਰਾਬ ਨਜ਼ਰ ਆ ਰਹੀ ਹੈ। ਤਾਂ ਬਿਲਕੁਲ ਪੰਕਜ, ਦਿੱਲੀ ਦੀ ਖਰਾਬ ਹਵਾ ਦੇ ਲਈ ਸਿੱਧੇ ਤੌਰ ਤੇ ਜੋ ਹੈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਦੀਪਕ ਸਿੰਗਲਾ ਮੇਰੇ ਸਹਿਯੋਗੀ ਜੁੜੇ ਨੇ ਮੋਗਾ ਤੋਂ। ਤਾਂ ਦੀਪਕ, ਵਾਢੀ ਸ਼ੁਰੂ ਹੁੰਦਿਆਂ ਹੀ ਸਮੱਸਿਆ ਫਿਰ ਤੋਂ ਆਣ ਕੇ ਖੜੀ ਹੋ ਗਈ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਵਾਰ ਸ਼ੁਰੂਆਤ ਦੇ ਵਿੱਚ ਹੀ ਜ਼ਰੂਰ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਹੱਲ ਦੱਸੇ ਜਾਣ ਕੀ ਕੁਝ ਨੇ, ਪਰ ਬਾਵਜੂਦ ਇਸ ਦੇ ਸਮੱਸਿਆ ਜਿਉਂ ਦੀ ਤਿਉਂ ਹੈ। ਮੋਗਾ ਦੇ ਵਿੱਚ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ? ਅੰਮ੍ਰਿਤ, ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਜਿਹੜੀ ਹਜੇ ਝੋਨੇ ਦੀ ਕਟਾਈ ਹੈ ਉਹ ਪੂਰੀ ਤਰ੍ਹਾਂ ਨਹੀਂ ਹੋਈ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਖੇਤ ਨੇ, ਖੇਤ ਦੇ ਵਿੱਚ ਹਜੇ ਝੋਨਾ ਉਵੇਂ ਹੀ ਖੜਾ। ਅਗਰ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਵੀ ਝੋਨਾ ਜਿਹੜਾ ਪੂਰੀ ਤਰ੍ਹਾਂ ਨਹੀਂ ਪਹੁੰਚਿਆ। ਇਸ ਕਰਕੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਮੋਗੇ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ, ਲੇਕਿਨ ਪ੍ਰਸ਼ਾਸਨ ਹੈ ਜਿਹੜਾ ਲਗਾਤਾਰ ਪ੍ਰਯਾਸ ਕਰ ਰਿਹਾ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਕਿਸਾਨ ਹੈ ਜਿਹੜੇ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਅਗਰ ਅੱਗ ਲਾਈ ਜਾਂਦੀ ਹੈ ਪ੍ਰਦੂਸ਼ਣ ਵੀ ਹੁੰਦਾ ਔਰ ਉੱਥੇ ਹੀ ਜਿਹੜੇ ਖੇਤਾਂ ਦੇ ਵਿੱਚ ਮਿੱਤਰ ਕੀੜੇ ਹੁੰਦੇ ਆ ਉਹ ਵੀ ਇਸ ਅੱਗ ਦੇ ਨਾਲ ਮਰ ਜਾਂਦੇ ਆ। ਔਰ ਪ੍ਰਸ਼ਾਸਨ ਔਰ ਸਰਕਾਰਾਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਲੱਗੀਆਂ ਹੋਈਆਂ ਕਿ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਔਰ ਇਸ ਸਮਾਂ, ਇਹ ਜਿਹੜਾ ਹੁਣ ਸਮਾਂ ਹੋਰ ਵੀ ਘਾਤਕ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਆਮ ਤੌਰ ਤੇ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਲੇਕਿਨ ਹੁਣ ਕਰੋਨਾ ਦਾ ਜਿਹੜਾ ਕ੍ਰਾਈਸਿਸ ਚੱਲ ਰਿਹਾ, ਕਰੋਨਾ ਦਾ ਸੀਜ਼ਨ ਚੱਲ ਰਿਹਾ, ਕਰੋਨਾ ਕਰਕੇ ਵੀ ਜ਼ਿਆਦਾ ਧਿਆਨ ਰੱਖਣਾ ਪਏਗਾ, ਜਿਹਦੇ ਕਰਕੇ ਪ੍ਰਸ਼ਾਸਨ ਲਗਾਤਾਰ ਹੈ ਜਿਹੜਾ ਉਹ ਪ੍ਰਯਾਸ ਕਰ ਰਿਹਾ। ਅੱਜ ਮੋਗਾ ਦੇ ਵਿੱਚ ਸੁਬਾਹ ਪੁਲਿਸ ਔਰ ਪ੍ਰਸ਼ਾਸਨ ਵੱਲੋਂ ਵੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਾਈਕਲ ਰੈਲੀ ਕੱਢੀ ਗਈ। ਤਕਰੀਬਨ 100 ਦੇ ਕਰੀਬ ਜਿਹੜੇ ਸਾਈਕਲ ਸੀਗੇ ਐਸਐਸਪੀ ਔਰ ਮੋਗਾ ਡੀਸੀਓ ਦੀ ਅਗਵਾਈ ਕਰ ਰਹੇ ਸੀ ਔਰ ਸਾਈਕਲਾਂ ਤੇ ਸਲੋਗਨ ਲਗਾਏ ਗਏ ਸੀਗੇ ਕਿ ਪਰਾਲੀ ਨੂੰ ਨਾ ਸਾੜੋ, ਵਾਤਾਵਰਨ ਸਾਫ਼ ਰੱਖੋ। ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਵੱਲੋਂ ਤਕਰੀਬਨ 20 ਕਿਲੋਮੀਟਰ ਦੀ ਜਿਹੜੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਸਾਈਕਲ ਰੈਲੀ ਕੱਢੀ ਗਈ। ਦੀਪਕ, ਤਾਂ ਹਰ ਵਾਰ ਰੈਲੀਆਂ ਵੀ ਕੀਤੀਆਂ ਜਾਂਦੀਆਂ ਨੇ, ਜਾਗਰੂਕ ਵੀ ਕੀਤਾ ਜਾਂਦਾ, ਸਮਝਾਇਆ ਵੀ ਜਾਂਦਾ, ਪਰ ਕਿਸਾਨਾਂ ਦਾ ਹਰ ਵਾਰ ਇਹੀ ਕਹਿਣਾ ਹੁੰਦਾ ਹੈ ਕਿ ਸਾਨੂੰ ਸਰਕਾਰ ਢੁਕਵੇਂ ਪ੍ਰਬੰਧ ਦੇਵੇ, ਸਾਨੂੰ ਮੁਆਵਜ਼ਾ ਦੇਵੇ ਤੇ ਅਸੀਂ ਪਰਾਲੀ ਨਹੀਂ ਸਾੜਾਂਗੇ। ਸ਼ੁਕਰੀਆ ਦੀਪਕ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ। ਪੰਕਜ, ਤੁਹਾਡਾ ਵੀ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਤਾਂ
ਵਾਢੀ ਸ਼ੁਰੂ ਹੁੰਦਿਆਂ ਹੀ ਝੋਨੇ ਦੀ ਨਾਲ ਹੀ ਪਰਾਲੀ ਦੀ ਸਮੱਸਿਆ ਵੱਧ ਗਈ ਹੈ। ਪਿਛਲੇ 2 ਸਾਲਾਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਮਾਮਲੇ ਇਸ ਵਾਰ ਸਾਹਮਣੇ ਆਏ ਨੇ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਤੇ ਗੱਲ ਕਰਦੇ ਹਾਂ ਚੰਡੀਗੜ੍ਹ ਦੀ, ਜਿੱਥੇ ਐਸਓਪੀਯੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜੀ ਹਾਂ, ਇੱਕ ਡਿਸਕੋ ਦੇ ਬਾਹਰ ਗੁਰਲਾਲ ਬਰਾੜ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਤੇ ਪੀਜੀਆਈ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਸੇ ਡਿਸਕੋ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਗੁਰਲਾਲ ਦਾ ਝਗੜਾ ਵੀ ਹੋਇਆ ਸੀ। ਲੜਕੀਆਂ ਦੇ ਨਾਲ ਛੇੜਛਾੜ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਗੁਰਲਾਲ ਬਰਾੜ ਤੇ ਲੱਗੇ ਸੀ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਗੁਰਲਾਲ ਬਰਾੜ। ਤਾਂ ਗੋਲੀ ਮਾਰ ਕੇ ਗੁਰਲਾਲ ਦਾ ਕਤਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ 'ਚ ਐਸਓਪੀਯੂ ਦੇ ਸਾਬਕਾ ਪ੍ਰਧਾਨ ਦੱਸੇ ਜਾ ਰਹੇ ਨੇ ਇਹ ਗੁਰਲਾਲ ਬਰਾੜ, ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਿਊਜ਼ 18 ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਦਿਓ ਇਜਾਜ਼ਤ।